इस मौके ते जिथे दीप सिद्धू नूं भावुक अते नम अखां दे नाल याद किया गया, उत्थे ही कईयां दे वल्लों केसरी झंडे लहरांदे होए जयकारे भी छड्डे गए। सारा दिन फतेहगढ़ साहिब दे विच दीप सिद्धू दा अज नाम गूंजदा रहा। ਲੱਖਾਂ ਲੋਕਾਂ ਦੀ ਗਿਣਤੀ ਇੱਥੇ ਪਹੁੰਚੀ ਹੋਈ ਸੀ, ਜਿੱਥੇ ਨਾਮਵਾਰ ਕਿਸਾਨੀ ਆਗੂਆਂ ਤੋਂ ਇਲਾਵਾ ਵੱਡੇ ਰਾਜਨੀਤਿਕ ਨੇਤਾ ਅਤੇ ਅਦਾਕਾਰ ਵੀ ਮੌਜੂਦ ਸੀ, ਜਿਨ੍ਹਾਂ ਦੇ ਵੱਲੋਂ ਦੀਪ ਸਿੱਧੂ ਨੂੰ ਯਾਦ ਕਰਦੇ ਉਹ ਦਿਨਾਂ ਨੂੰ ਅਤੇ ਉਹਨਾਂ ਗੱਲਾਂ ਨੂੰ ਯਾਦ ਕੀਤਾ ਗਿਆ ਜੋ ਕਿ ਦੀਪ ਸਿੱਧੂ ਨੂੰ ਇੱਕ ਕੌਮ ਦਾ ਹੀਰਾ ਬਣਾਉਂਦੀਆਂ ਸਨ। ਦੀਪ ਸਿੱਧੂ ਦੇ ਪਾਠ ਦਾ ਭੋਗ ਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਵਿਖਿਆ ਗਿਆ ਸੀ। इस समागम ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਪਹੁੰਚੀਆਂ, ਉੱਥੇ ਹੀ ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਮੌਕੇ ਤੇ ਦੀਪ ਸਿੱਧੂ ਦੀ ਬੇਟੀ, ਪਤਨੀ ਅਤੇ ਉਸਦੇ ਭਰਾ ਸਮੇਤ ਬਾਕੀ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸੀ। ਦੱਸਦੇ ਕਿ ਅੰਤਿਮ ਅਰਦਾਸ ਸਮਾਗਮ ਦੇ ਲਈ ਵੱਡੀ ਪੱਧਰ ਉੱਤੇ ਤਿਆਰੀਆਂ ਕੀਤੀਆਂ ਗਈਆਂ ਸਨ। ਅੰਮ੍ਰਿਤ ਸੰਚਾਰ ਦੇ ਨਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਪੱਗਾਂ ਦੇ ਲੰਗਰ ਵੀ ਲਗਾਏ ਜਾ ਰਹੇ ਸਨ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੰਥਕ ਆਗੂ ਵੀ ਇੱਥੇ ਮੌਜੂਦ ਸੀ। ਦੀਪ ਸਿੱਧੂ ਨੂੰ ਕੌਮੀ ਯੋਧੇ ਦੇ ਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸੇ ਦੀ ਯਾਦ ਦੇ ਵਿੱਚ 6 ਮਾਰਚ ਨੂੰ ਦੀਪ ਸਿੱਧੂ ਦੀ ਯਾਦ ਨੂੰ ਲੈ ਕੇ ਬਰਗਾੜੀ ਦੇ ਵਿੱਚ ਵੀ ਭਾਰੀ ਇਕੱਠ ਕੀਤਾ ਜਾਣਾ ਹੈ। ਸ਼ਹਿਰਾਂ ਅਤੇ ਪਿੰਡਾਂ ਤੋਂ ਨੌਜਵਾਨ ਅਤੇ ਕਿਸਾਨ ਆਪਣੇ ਵਾਹਨਾਂ ਉੱਤੇ ਸਵਾਰ ਹੋ ਕੇ ਕੇਸਰੀ ਝੰਡੇ ਲਗਾ ਕੇ ਅੱਜ ਫਤਿਹਗੜ੍ਹ ਸਾਹਿਬ ਪਹੁੰਚੇ ਸੀ। ਦੱਸਦੇ ਕਿ ਕੇਸਰੀਆ ਮਾਰਚ ਦਾ ਜੋ ਰੂਟ ਪਲਾਨ ਜਾਰੀ ਕੀਤਾ ਗਿਆ, ਉਸ ਦੇ ਮੁਤਾਬਕ ਇਹ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ ਸੀ। SGPC ਅਤੇ ਖਾਲਸਾ ਏਡ ਦੇ ਵੱਲੋਂ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਰਹੇ ਸਨ। ਇਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਦੀਪ ਸਿੱਧੂ ਦੇ ਫੈਨ, ਕਿਸਾਨ ਅਤੇ ਵੱਖ-ਵੱਖ ਸੰਗਠਨਾਂ ਦੇ ਵਰਕਰ ਵੀ ਇਸ ਭੋਗ ਸਮਾਗਮ ਦੇ ਵਿੱਚ ਪਹੁੰਚੇ ਸੀ। ਦੀਪ ਸਿੱਧੂ ਦੀ ਬੀਤੀ 15 ਫਰਵਰੀ ਨੂੰ ਸ਼ਾਮ ਨੂੰ ਦਿੱਲੀ ਤੋਂ ਪੰਜਾਬ ਆਉਂਦੇ KMP ਸ਼ਾਹ ਮਾਰਗ ਉੱਤੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਸੜਕ ਹਾਦਸੇ ਤੋਂ ਬਾਅਦ ਦੀਪ ਸਿੱਧੂ ਦੀ ਦੇਹ ਨੂੰ ਖਰਖੌਂਦਾ ਦੇ CSC ਦੇ ਵਿੱਚ ਲਿਆਂਦਾ ਗਿਆ ਸੀ, ਜਿੱਥੇ ਕਿ ਸੋਨੀਪਤ ਪੁਲਿਸ ਨੇ ਦੀਪ ਸਿੱਧੂ ਦੀ ਹਾਦਸੇ ਦੇ ਵਿੱਚ ਮੌਤ ਹੋਣ ਦੀ ਪੁਸ਼ਟੀ ਕੀਤੀ ਸੀ। ਸ਼ਹੀਦਾਂ ਦੀ ਧਰਤੀ ਤੇ श्री गुरु ग्रंथ साहब की पावन हजूरी विच ਅਤੇ ਸਾਡੇ बहुत ही प्यारे दीप सिंह सिद्धू की याद विच जुड़ी गुरु प्यारी साध संगत जी, वाहिगुरु जी का खालसा वाहिगुरु जी की फतेह। तुहानू सारिਆਂ ਨੂੰ पता है दीप सिद्धू बारे गल्लां बहुत कीतियां जा सकदियां, पर समा पहला ही जिस तरह बिउंतिया गया सी बहुत ज़्यादा हो गया। सो बनता तो यह सी कि मैं फतेह बुला के बैठ जावां ते बेड़े सिर अरदास की जावे, पर हुक्म होया कि भावें 2 मिनट भावें 4 मिनट कुछ गल्लां जरूर कीतियां जाण। आउण वाले समय च पंजाब च जगह जगह दीप सिद्धू की याद च प्रोग्राम उलीके जा रहे। एक बहुत ही बड़ा प्रोग्राम मैनूं पता लग्या कि श्री मस्तूआणा साहब विखे मार्च विच करन दी योजना बन रही है, होर भी होणगे। सो आपां करांगे विचारां, एक समागम च विचारां खत्म नहीं होणियां ते शायद एक उम्र च भी खत्म नहीं होणियां। सो हुण मैं इत्थे 2 मुद्दे जिहड़े साडे सामने गंभीर सवाल खड़े करदे आ जां कुछ बने होए ने। एक सवाल बड़ा उठ रहा है कि दीप सिद्धू की संत जरनैल सिंह जी भिंडरांवाले नाल तुलना क्यों की जा रही है। जिथों तक तुलना की गल है वो दीप सिद्धू आप ही साफ कर गया सी कि मैं संतां दे पैर की जुत्ती वर्गा भी नहीं। संत की सी ते मैं की हाँ, उन्होंने कोई भुलेखा नहीं छड्डिया, पर फिर भी शरधा कई बार कट्ठियां दियां इहो जिहियां फोटोआं पा दित्तियां जांदियां ते दीप सिद्धू एक गल बार बार कहंदा हुंदा सी, अंग्रेजी च कहंदा हुंदा सी कि जिहड़ी सेंस ऑफ प्रमोशन है, सेंस ऑफ प्रपोर्शन, किहड़ी चीज़ नूं किहड़ी जगह देनी है, किहड़े व्यक्ति नूं किहड़ी जगह देनी है ते किहड़े व्यक्ति नूं किहड़ी, इहदी सानूं सोझी होनी चाहिदी है।
ਇੱਥੇ ਮੈਂ ਇੱਕੋ ਹੀ ਨੁਕਤਾ ਸਪਸ਼ਟ ਕਰਦਾ, ਸੰਤ ਜਰਨੈਲ ਸਿੰਘ ਨੇ ਕੀ ਕੀਤਾ? ਆਪਾਂ ਨੂੰ ਸਭ ਪਤਾ, ਬਹੁਤ ਕੁਛ ਕੀਤਾ। ਜੇ ਇੱਕੋ ਸੈਂਟੈਂਸ 'ਚ, ਇੱਕੋ ਵਾਕ 'ਚ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਇਤਿਹਾਸ ਦੇ ਲੰਮੇ ਚਿਰ ਤੋਂ ਵਗਦੇ ਆ ਰਹੇ ਵਹਿਣ ਨੂੰ ਮੋੜਾ ਨਵਾਂ ਦੇਤਾ। ਉਹਦਾ ਮੁਹਾਨ ਹੀ ਮੋੜਤਾ, ਜਿਹੜਾ ਇੰਨੇ ਲੰਮੇ ਸਮੇਂ ਤੋਂ ਇਤਿਹਾਸ ਦਾ ਵਹਿਣ ਵਗਦਾ ਆ ਰਿਹਾ ਸੀ। ਇਤਿਹਾਸਾਂ ਦੇ ਵਹਿਣ ਬਦਲਣ ਵਾਸਤੇ ਬਹੁਤ ਵੱਡੀ ਤਾਕਤ, ਸ਼ਕਤੀ ਦੀ ਲੋੜ ਹੈ। ਇਹ ਮਾਣ ਹਰ ਇੱਕ ਵਿਅਕਤੀ ਦੇ ਹਿੱਸੇ ਨਹੀਂ ਆਉਂਦਾ। ਅਜਿਹਾ ਆਤਮਿਕ ਬਲ ਤਾਂ ਹੀ ਆ ਸਕਦਾ ਹੈ ਜੇ ਉਹਦੇ ਪਿੱਛੇ ਵੱਡੀ ਤਪੱਸਿਆ ਖੜੀ ਹੋਵੇ। ਤੋ ਸੰਤਾਂ ਕੋਲ ਦੇ ਪਿੱਛੇ ਉਹ ਤਪੱਸਿਆ ਸੀ। ਸਾਨੂੰ ਇੱਕੋ ਜਨਮ ਦੀ ਤਪੱਸਿਆ ਕਈ ਵਾਰ ਦਿਸਦੀ ਹੈ। ਇਹ ਤਪੱਸਿਆ ਇੱਕ ਜਨਮ ਦੀ ਨਹੀਂ ਹੁੰਦੀ, ਇਹ ਕਈ ਜਨਮਾਂ ਦੀ ਹੁੰਦੀ ਹੈ। ਪ੍ਰਗਟ ਇੱਕ ਜਨਮ 'ਚ ਜਾ ਕੇ ਹੁੰਦੀ ਹੈ। ਸੋ ਸੰਤਾਂ ਦੀ ਵਡੱਤਣ ਇਹ ਸੀ। ਉਸ ਤੋਂ ਬਾਅਦ ਸੰਤ ਸ਼ਹੀਦ ਹੋਏ ਪੰਜਾਬ ਦੀ ਧਰਤੀ ਤੇ। ਸਭ ਨੂੰ ਪਤਾ ਹੈ ਕਿ 18ਵੀਂ ਸਦੀ ਤੋਂ ਬਾਅਦ ਸਿੱਖਾਂ ਨੇ ਆਪਦਾ ਪੂਰਾ ਜਲਾਉ ਇੱਕ ਸੰਘਰਸ਼ ਦੇ ਰੂਪ 'ਚ ਦਿਖਾਇਆ। ਉਵੇਂ ਸ਼ਹਾਦਤਾਂ ਉਹਨਾਂ ਜੁਝਾਰੂਆਂ ਨੇ ਆਪਣੀਆਂ ਸ਼ਹਾਦਤਾਂ 'ਚੋਂ, ਆਪਣੇ ਕਾਰਨਾਮਿਆਂ 'ਚੋਂ 18ਵੀਂ ਸਦੀ ਦੇ ਸੂਰਮਿਆਂ ਦੀਆਂ ਰੂਹਾਂ ਦੇ ਸਾਨੂੰ ਦਰਸ਼ਨ ਕਰਵਾਤੇ। ਇਹ ਪਹਿਲੀ ਵਾਰ ਹੋਇਆ 18ਵੀਂ ਸਦੀ ਤੋਂ ਬਾਅਦ। ਤੇ ਦੁਸ਼ਮਣ ਨੇ ਵੀ ਉਹੀ ਜ਼ਬਰ ਜੋ 18ਵੀਂ ਸਦੀ 'ਚ ਹੋਇਆ ਸੀ, ਉਹ ਮੁੜ ਕੇ ਦੁਹਰਾਤਾ ਕਿ ਤਾਂ ਕਿ ਆਉਣ ਵਾਲੀਆਂ ਨਸਲਾਂ ਸਿੱਖਾਂ ਦੀਆਂ ਭੁੱਲ ਨਾ ਸਕਣ। ਸੋ ਇਹ ਸਭ ਕੁਝ ਅਸੀਂ ਦੇਖ ਚੁੱਕੇ ਹਾਂ। ਪਰ ਇੱਕ ਦਹਾਕਾ ਖਾੜਕੂ ਲਹਿਰ ਚੱਲੀ, ਉਸ ਤੋਂ ਬਾਅਦ ਇੱਕ ਖੜੋਤ ਆ ਗਈ। ਜਦੋਂ ਖੜੋਤ ਆਉਂਦੀ ਹੈ, ਉਹਦੇ ਨਾਲ ਨਿਘਾਰ ਵੀ ਆਉਂਦਾ ਹੈ। ਕਿਰਦਾਰ ਡਿੱਗਦੇ ਨੇ, ਇਖਲਾਕ ਡਿੱਗਦੇ ਨੇ, ਈਮਾਨ ਡਿੱਗਦੇ ਨੇ। ਉਸ ਤੋਂ ਬਾਅਦ ਸਿਆਸਤ ਦੇ ਵਿੱਚ ਜਿਸ ਕਿਸਮ ਦੀਆਂ ਗੱਲਾਂ ਹੋਈਆਂ, ਉਹ ਬੜੀਆਂ ਸ਼ਰਮਸ਼ਾਰ ਕਰਨ ਵਾਲੀਆਂ ਸੀ ਕੌਮ ਨੂੰ। ਬਹੁਤ ਲੋਕ ਲੱਗੇ ਪਏ ਸੀ ਸਾਡੇ ਵਰਗੇ, ਕੋਈ ਕਿਤਾਬਾਂ ਰਾਹੀਂ, ਕੋਈ ਸਪੀਚਾਂ ਰਾਹੀਂ, ਕੋਈ ਅਮਲੀ ਕਾਰਨਾਮਿਆਂ ਰਾਹੀਂ ਕਿ ਇਹ ਖੜੋਤ ਟੁੱਟ ਸਕੇ। ਹਰ ਇੱਕ ਨੇ ਪੂਰੀ ਤਨਦੇਹੀ ਨਾਲ, ਇਮਾਨਦਾਰੀ ਨਾਲ ਪੂਰਾ ਢਿੱਲ ਲਾਇਆ, ਪਰ ਉਹ ਖੜੋਤ ਟੁੱਟ ਨਹੀਂ ਸੀ ਰਹੀ। ਦੀਪ ਸਿੱਧੂ ਦੀ ਵੱਡੀ ਗੱਲ ਇਹ ਹੈ ਕਿ ਸੰਤਾਂ ਨੇ ਇਤਿਹਾਸ ਦਾ ਮੁਹਾਨ ਬਦਲਿਆ ਸੀ ਤੇ ਦੀਪ ਸਿੱਧੂ ਨੇ ਉਸ ਵਹਿਣ ਦੇ ਵਿੱਚ ਆ ਚੁੱਕੀ ਖੜੋਤ ਤੋੜ ਕੇ ਉਹ ਫੇਰ ਵਹਿਣ ਨੂੰ ਵਗਣਾ ਲਾਇਆ। ਇਹ ਸੀ ਦੀਪ ਸਿੱਧੂ। ਦੋਹਾਂ 'ਚ ਕੋਈ ਬਰਾਬਰੀ ਨਹੀਂ, ਕੋਈ ਤੁਲਨਾ ਨਹੀਂ, ਪਰ ਦੋਹਾਂ ਦੇ ਵਿੱਚ ਇੱਕ ਪੱਖੋਂ ਫਰਕ ਵੀ ਕੋਈ ਨਹੀਂ। ਇੱਕ ਨੇ ਇੱਕ ਹੋਰ ਰੋਲ ਨਿਭਾਇਆ, ਦੂਜੇ ਨੇ ਉੱਥੋਂ ਹੀ ਪ੍ਰੇਰਨਾ ਲੈ ਕੇ ਇੱਕ ਹੋਰ ਰੋਲ ਨਿਭਾਇਆ। ਇਸ ਤਰ੍ਹਾਂ ਦੇ ਵਿਵਾਦ ਵਿੱਚ ਆਪਾਂ ਨਾ ਪਈਏ, ਇਹ ਗੱਲ ਦੀਪ ਸਿੱਧੂ ਸਪਸ਼ਟ ਕਰ ਗਿਆ ਸੀ। ਹੁਣ ਇੱਕ ਸਵਾਲ ਹੈ ਜਿਹੜਾ ਇੱਥੇ ਮੈਂ ਨਹੀਂ ਜਵਾਬ ਦੇਵਾਂਗਾ ਉਹਦਾ, ਕਿਉਂਕਿ ਇਹਦੇ ਵਾਸਤੇ ਸਮਾਂ ਚਾਹੀਦਾ ਹੈ। ਇੰਨੇ ਅਸੀਂ ਲੱਗੇ ਪਏ ਸੀ, ਹੋਰ ਕਿੰਨੇ ਲੱਗੇ ਪਏ ਸੀ, ਸਾਥੋਂ ਖੜੋਤ ਕਿਉਂ ਨਹੀਂ ਸੀ ਟੁੱਟ ਸਕੀ ਤੇ ਦੀਪ ਨੇ ਕਿਉਂ ਤੋੜਤੀ? ਬਹੁਤ ਵੱਡਾ ਸਵਾਲ ਹੈ ਤੇ ਸਾਡੇ ਕੋਲੇ ਉਹਦਾ ਕੋਈ ਜਵਾਬ ਵੀ ਹੋਣਾ ਚਾਹੀਦਾ। ਉਹ ਜਵਾਬ ਹੈ। ਬਹੁਤ ਸਮਾਗਮ ਆਉਣਗੇ, ਖੁੱਲ੍ਹ ਕੇ ਆਪਾਂ ਉਹਦਾ ਬਿਆਨ ਕਰਾਂਗੇ। ਇੱਥੇ ਮੈਂ ਬਹੁਤ ਹੀ ਸਰਲ ਜੀ ਭਾਸ਼ਾ 'ਚ ਤੁਹਾਡੇ ਕੋਲੇ 2-3 ਦ੍ਰਿਸ਼ਟਾਂਤ ਪੇਸ਼ ਕਰਦਾ, ਤੁਹਾਨੂੰ ਦੀਪ ਸਿੱਧੂ ਦਾ ਸਮਝ ਆ ਜੂ ਦੀਪ ਸਿੱਧੂ ਕੀ ਸੀ। ਦੀਪ ਸਿੱਧੂ ਨੇ ਇੱਕ ਵਾਰ ਦੱਸਿਆ ਮੈਨੂੰ, ਗੱਲਾਂ ਤਾਂ ਹਾਸੇ 'ਚ ਹੀ ਹੋ ਰਹੀਆਂ ਸੀ। ਕਹਿੰਦਾ ਇੱਕ ਕਿਸੇ ਪੰਜਾਬੀ ਦੇ ਫਿਲਮ ਪ੍ਰੋਡਿਊਸਰ ਨੇ ਨਾ ਮੈਨੂੰ ਫਿਲਮ ਦੀ ਇੱਕ ਪੇਸ਼ਕਸ਼ ਕੀਤੀ ਕਿ ਤੈਨੂੰ ਅਸੀਂ ਆਪਦੀ ਫਿਲਮ 'ਚ ਲੈਣਾ ਚਾਹੁੰਦੇ ਹਾਂ ਤੇ ਸਾਡੇ ਕੋਲੇ ਆ। ਉਹ ਗਿਆ, ਪੁੱਛਿਆ ਕਿਹੜੀ ਫਿਲਮ ਬਣਾ ਰਹੇ ਹੋ, ਕੀ ਕਹਾਣੀ ਹੈ ਤੇ ਮੇਰਾ ਰੋਲ ਕੀ ਹੈ। ਉਹ ਕਹਾਣੀ ਪੰਜਾਬ ਦੇ ਕਿਸੇ ਸੂਰਮੇ ਦੀ ਕਹਾਣੀ ਸੀ ਤੇ ਜਿੱਥੇ ਸੂਰਮਾ ਹੋਊ ਉੱਥੇ ਖਲਨਾਇਕ ਵੀ ਹੋਊਗਾ।
ਉਹਨਾਂ ਨੇ ਪਤਾ ਸਿੱਧੂ ਨੂੰ ਕਿਹੜੀ ਪੇਸ਼ਕਸ਼ ਕੀਤੀ ਵੀ ਤੂੰ ਖਲਨਾਇਕ ਦਾ ਰੋਲ ਨਿਭਾਉਣਾ ਹੈ। ਉਹ ਖਲਨਾਇਕ ਜਿਹੜਾ ਬਦਚਲਨ ਸੀ, ਜਿਹਨੂੰ ਨਾਇਕ ਕੁੱਟਦਾ ਹੈ ਤੇ ਗੋਲੀ ਮਾਰ ਦਿੰਦਾ ਹੈ। ਦੀਪ ਸਿੱਧੂ ਕਹਿੰਦਾ ਗੱਲ ਸੁਣ ਲਓ, ਮੈਂ ਫਿਲਮੀ ਪਰਦੇ ਤੇ ਵੀ ਚਪੇੜਾਂ ਨਹੀਂ ਖਾਣੀਆਂ, ਮੈਂ ਚਪੇੜਾਂ ਮਾਰਨੀਆਂ। ਇਹ ਛੋਟੀ ਗੱਲ ਨਹੀਂ, ਇਹ ਛੋਟੀ ਗੱਲ ਨਹੀਂ। ਇਹ ਇਕੱਲਾ ਦੀਪ ਨਹੀਂ ਸੀ ਬੋਲਦਾ, ਇਹਦੇ ਚੋਂ ਪੰਜਾਬ ਦੀ ਸਿੱਖਾਂ ਦੀ ਅਣਖ ਬੋਲਦੀ ਸੀ। ਆਹ ਫਰਕ ਸੀ ਸਾਡੇ 'ਚ ਤੇ ਦੀਪ 'ਚ। ਉਹ ਕੋਈ ਉਚੇਚ ਕਰਕੇ ਗੱਲ ਨਹੀਂ ਸੀ ਵੀ ਮੈਂ ਹੁਣ ਆਹ ਕਹਾਂ, ਮੈਂ ਆਹ ਕਹਾਂ। ਇਹ ਉਚੇਚ ਨਾਲ ਨਹੀਂ ਗੱਲਾਂ ਹੁੰਦੀਆਂ, ਅੰਦਰੋਂ ਬੋਲਦੀਆਂ। ਸੋ ਪੰਜਾਬ ਦੀ ਅਣਖ ਕੀ ਆ ਉਹਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾ। ਤੁਸੀਂ ਹੱਸ ਵੀ ਸਕਦੇ ਹੋ ਤੇ ਉਹਦੇ ਡੂੰਘੇ ਅਰਥ ਵੀ ਸਮਝ ਸਕਦੇ ਹੋ। YPS ਮੁਹਾਲੀ ਦੇ ਵਿੱਚ ਇੱਕ ਵਾਰ ਸੱਭਿਆਚਾਰਕ ਪ੍ਰੋਗਰਾਮ ਹੋਇਆ ਬੱਚਿਆਂ ਦਾ। ਸੋ ਉੱਥੇ ਸਾਰੇ ਬੱਚਿਆਂ ਨੂੰ ਉਹਨਾਂ ਨੇ ਹਿੱਸਾ ਦਿਵਾਉਣਾ ਹੁੰਦਾ ਹੈ। ਤੇ ਇੱਕ ਨਾਟਕ ਜਿਹਾ ਸੀ ਕਿ ਜੰਗਲ ਦੇ ਵਿੱਚ ਕੋਈ ਪੀਪਣੀ ਵਾਜੇ ਜਿਹੜੇ ਸਾਡੇ ਹੁੰਦੇ ਨੇ, ਜਿਹਨੂੰ ਅੰਗਰੇਜ਼ੀ 'ਚ ਵੈਨ ਪੈਰ ਕਹਿੰਦੇ ਆ, ਕੋਈ ਬੰਦਾ ਪੀਪਣੀ ਵਾਜਾ ਵਜਾਉਂਦਾ ਹੈ ਤੇ ਸਾਰੇ ਜਾਨਵਰ ਆਪਦੇ ਟਿਕਾਣਿਆਂ 'ਚੋਂ ਨਿਕਲ ਕੇ ਉਹਦੇ ਪਿੱਛੇ ਤੁਰਨ ਲੱਗ ਜਾਂਦੇ ਆ। ਉਹਦੇ 'ਚ ਸ਼ੇਰ ਤੋਂ ਲੈ ਕੇ ਚੂਹੇ ਤੱਕ ਸਾਰੇ ਜਾਨਵਰ ਸੀ। ਸੋ ਸਕੂਲ ਵਾਲਿਆਂ ਨੇ ਸਭ ਨੂੰ ਰੋਲ ਦਿੱਤਾ, ਸ਼ੇਰ ਤੋਂ ਲੈ ਕੇ ਚੂਹੇ ਤੱਕ। ਤੇ ਜਿਹਨੂੰ ਚੂਹੇ ਦਾ ਰੋਲ ਦਿੱਤਾ ਉਹ ਨੈਚੁਰਲੀ ਛੋਟਾ ਬੱਚਾ ਸੀ, ਕਮਜ਼ੋਰ ਜਿਹਾ ਬੱਚਾ ਸੀ, ਪਰ ਉਹ ਬੱਚਾ ਕਿਸੇ ਮੁਕਤਸਰੀਏ ਸਰਦਾਰ ਦਾ ਸੀ। ਉਹਨੇ ਘਰੇ ਜਾ ਕੇ ਜਦੋਂ ਦੱਸਿਆ, ਉਹਨੇ ਤਾਂ ਬੜਾ ਉਤੇਜਨਾ ਦੇ ਵਿੱਚ ਦੱਸਿਆ ਕਿ ਮੈਂ ਨਾਟਕ ਦੇ ਵਿੱਚ ਰੋਲ ਕਰ ਰਿਹਾ ਤੇ ਮੈਂ ਚੂਹਾ ਬਣ ਰਿਹਾ। ਉਹਨੇ ਤਾਂ ਖੁਸ਼ ਹੋ ਕੇ ਦੱਸਿਆ, ਪਰ ਜਦੋਂ ਉਹਦੇ ਬਾਪ ਨੇ ਸੁਣਿਆ ਤਾਂ ਉਹ ਗੰਭੀਰ ਹੋ ਗਿਆ। ਅਗਲੇ ਦਿਨ ਜਦੋਂ ਉਹ ਆਪਣੇ ਬੱਚੇ ਨੂੰ ਸਕੂਲ 'ਚ ਛੱਡਣ ਗਿਆ, ਸਿੱਧਾ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ। ਕਹਿੰਦਾ, ਪ੍ਰਿੰਸੀਪਲ ਸਾਹਿਬ, ਸਾਡਾ ਮੁੰਡਾ ਚੂਹਾ ਨਹੀਂ ਬਣੂ। ਆਹ ਪੰਜਾਬ ਦੀ ਅਣਖ ਬੋਲਦੀ ਸੀ। ਅਸੀਂ ਚੂਹੇ ਨਹੀਂ ਬਣਨਾ, ਉਹ ਸਾਨੂੰ ਚੂਹੇ ਬਣਾਉਣਾ ਚਾਹੁੰਦੇ। ਆਹ ਸੀ ਪੰਜਾਬ ਦੀ ਅਣਖ। ਤੇ ਹੁਣ ਅਸੀਂ ਚੂਹੇ ਬਣਦੇ ਵੀ ਦੇਖੇ, ਸਾਡੇ ਵਿੱਚੋਂ ਹੀ ਚੂਹੇ ਬਣਦੇ ਦੇਖੇ। ਕੱਲੇ ਚੂਹੇ ਨਹੀਂ, ਬਾਂਦਰ ਦੀ ਡੁਗਡੁਗੀ ਤੇ ਨੱਚਦੇ, ਮਦਾਰੀ ਦੀ ਡੁਗਡੁਗੀ ਤੇ ਨੱਚ ਰਹੇ ਬਾਂਦਰ ਵੀ ਦੇਖ ਰਹੇ ਆ। ਸੋ ਅਸੀਂ ਬਸ ਆਹੀ ਗੱਲ ਹੈ। ਦੀਪ ਕਹਿੰਦਾ ਸੀ ਅਸੀਂ ਚੂਹੇ ਨਹੀਂ ਬਣਨਾ। ਮੈਂ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਕਿਤਾਬ ਲਿਖ ਰਿਹਾ ਸੀ। ਮੈਨੂੰ ਕਿਸੇ ਨੇ, ਬੜਾ ਸਿਆਣੇ ਬੰਦੇ ਨੇ ਕਿਹਾ ਕਿ ਇੱਕ ਗੱਲ ਦਾ ਖਿਆਲ ਰੱਖਿਓ, ਜਸਵੰਤ ਸਿੰਘ ਖਾਲੜਾ ਨੂੰ ਸਾਰੇ ਸੰਸਾਰ 'ਚ ਬੜੀ ਮਾਨਤਾ ਮਿਲੀ ਹੈ। ਉਹ ਮਾਨਤਾ ਉਹਨੂੰ ਮਿਲੀ ਹੈ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ। ਉਹਦਾ ਕਿਤੇ ਵੀ ਖਾੜਕੂ ਲਹਿਰ ਨਾਲ ਸੰਬੰਧ ਨਾ ਦਰਸਾਇਓ, ਫਿਰ ਉਹਨੂੰ ਉਹ ਮਾਨਤਾ ਨਹੀਂ ਮਿਲਣੀ। ਹੁਣ ਤਾਂ ਉਹਨੂੰ ਬੜੇ ਉਹਦੇ ਨਾਂ ਤੇ ਪਾਰਕ ਬਣ ਰਹੇ ਨੇ, ਅਸੈਂਬਲੀਆਂ 'ਚ ਉਹਦੀ ਚਰਚਾ ਹੋ ਰਹੀ ਹੈ, ਕੌਂਸਲਾਂ 'ਚ ਚਰਚਾ ਹੋ ਰਹੀ ਹੈ। ਉਹਨੇ ਤਾਂ ਬੜੀ ਨੇਕ ਭਾਵਨਾ 'ਚੋਂ ਕਿਹਾ। ਮੈਂ ਉਹਨੂੰ ਕਿਹਾ, ਅਸੀਂ ਆਪਦੇ ਕਿਸੇ ਸ਼ਹੀਦ ਨੂੰ ਵੱਧ ਮਾਨਤਾ ਲੈਣ ਵਾਸਤੇ ਆਪਣੇ ਬੱਬਰ ਸ਼ੇਰ ਨੂੰ ਖਰਗੋਸ਼ ਨਹੀਂ ਬਣਾਉਣਾ। ਆਹ ਹੈ ਪੰਜਾਬ ਦੀ, ਆਹ ਹੈ ਅਣਖ ਦੀ ਗੱਲ, ਕੌਮੀ ਅਣਖ ਦੀ ਗੱਲ। ਸੋ ਦੀਪ ਜਦੋਂ ਬੋਲਦਾ ਸੀ, ਉਹਦੇ 'ਚ ਪੰਜਾਬ ਦੀ ਤੇ ਸਿੱਖ ਕੌਮ ਦੀ ਅਣਖ ਬੋਲਦੀ ਸੀ। ਤੇ ਜਦੋਂ ਹੀ ਉਹਨੇ ਸ਼ੰਭੂ ਮੋਰਚੇ ਤੇ ਆ ਕੇ ਬੋਲਣਾ ਸ਼ੁਰੂ ਕੀਤਾ, ਇੱਕਦਮ ਹਿਲਜੁਲ ਹੋਈ ਪੰਜਾਬ 'ਚ, ਧੁਰ ਸਾਰੇ ਦੇਸ਼ਾਂ ਵਿਦੇਸ਼ਾਂ 'ਚ। ਤੇ ਜਦੋਂ 26 ਨਵੰਬਰ ਨੂੰ ਉੱਥੇ ਬੈਰੀਕੇਡ ਭੰਨਦੇ ਕਾਫਲੇ ਗਏ, ਉਹ ਬਹੁਤ ਲੋਕਾਂ ਨੂੰ ਭੁਲੇਖਾ ਹੈ ਕਿ ਅਸੀਂ ਕੀਤਾ, ਉਹਨੇ ਕੀਤਾ। ਉਹ ਕਿਸੇ ਦੇ ਨਹੀਂ, ਉਹਦੇ 'ਚੋਂ ਦੀਪ ਦੀ ਜਿਹੜੀ ਕਮਾਈ ਆ ਉਹ ਬੋਲ ਰਹੀ ਸੀ। ਦੀਪ ਨੇ ਕੌਮ ਦੇ ਵਿੱਚ ਭਰਤੀ ਸੀ ਰੂਹ। ਕਿਤੇ ਉਹ ਚੇਚ ਨਹੀਂ, ਕਿਤੇ ਕੋਈ ਦਾਵਾ ਨਹੀਂ, ਕਿਤੇ ਕੋਈ ਮਾਣ ਨਹੀਂ, ਬਸ ਉਹ ਬੋਲੀ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ, ਕਰਾਂਗੇ ਆਪਾਂ। ਪਰ ਹੁਣ
ਆਪਾਂ ਸਮੇਂ ਦੀ ਇੱਕ ਨਜ਼ਾਕਤ ਹੈ, ਮਰਿਆਦਾ ਵੀ ਹੈ। ਬਸ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।